ਸਤਨਾਮ ਵਾਹਿਗੁਰੂ ਸਾਹਿਬ ਜੀ। ਮੱਘਰ ਮਾਹੇ ਸੁਹੰਦੀਆਂ, ਹਰ ਪਿਰ ਸੰਗ ਬੈਠੜੀਆਂ। ਤਿਨ ਕੀ ਸੋਭਾ ਕਿਆ ਗਣੀ, ਜੇ ਸਾਹਿਬ ਮੇਲੜੀਆਂ। ਮੱਘਰ ਮਾਹੇ ਸੁਹੰਦੀਆਂ, ਹਰ ਪਿਰ ਸੰਗ ਬੈਠੜੀਆਂ। ਤਿਨ ਕੀ ਸੋਭਾ ਕਿਆ ਗਣੀ, ਜੇ ਸਾਹਿਬ ਮੇਲੜੀਆਂ। ਤਨ ਮਨ ਮੌਲਿਆ ਰਾਮ ਸਿਉ, ਸੰਗ ਸਾਧ ਸਹੇਲੜੀਆਂ। ਸਾਧ ਜਨਾ ਤੇ ਬਾਹਰੀ, ਸੇ ਰਹਿਨ ਅਕੇਲੜੀਆਂ। ਤਿਨ ਦੁਖ ਨ ਕਬਹੂ ਉਤਰੈ, ਸੇ ਜਮ ਕੈ ਵਸ ਪੜੀਆਂ। ਜਿਨੀ ਰਾਵਿਆ ਪ੍ਰਭ ਆਪਣਾ, ਸੇ ਦਿਸਣ ਨਿਤ ਖੜੀਆਂ। ਰਤਨ ਜਵੇਹਰ ਲਾਲ ਹਰ, ਕੰਠ ਤਿਨਾ ਜੜੀਆਂ। ਨਾਨਕ ਬਾਂਛੈ ਧੂੜ ਤਿਨ, ਪ੍ਰਭ ਸ਼ਰਣੀ ਦਰ ਪੜੀਆਂ। ਮਗਰ ਪ੍ਰਭ ਆਰਾਧਨਾ, ਬਹੁੜ ਨ ਜਨਮੜੀਆਂ। ਨਾਨਕ ਬਾਂਛੈ ਧੂੜ ਤਿਨ, ਪ੍ਰਭ ਸ਼ਰਣੀ ਦਰ ਪੜੀਆਂ। ਮਗਰ ਪ੍ਰਭ ਆਰਾਧਨਾ, ਬਹੁੜ ਨ ਜਨਮੜੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਆਪਾਂ ਪਾਠ ਸ਼ਰਵਣ ਕੀਤਾ ਹੈ। ਇਹ ਪਾਵਨ ਪਾਠ 12 ਮਾਹ ਦੇ ਸਿਰਲੇਖ ਦੇ ਅਧੀਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਅੰਕ 133 ਉੱਪਰ ਸੁਸ਼ੋਭਿਤ ਮਾਝ ਰਾਗ ਦੇ ਅਧੀਨ 12 ਮਾਹ ਦੇ ਸਿਰਲੇਖ ਅਧੀਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਇਆ ਹੈ। ਸਤਿਗੁਰੂ ਗੁਰੂਦੇਵ ਜੀ ਮਹਾਰਾਜ ਇਸ ਮੱਘਰ ਦੇ ਮਹੀਨੇ ਦੇ ਮਾਧਿਅਮ ਦੇ ਰਾਹੀਂ ਸਾਨੂੰ ਕਲਯੁਗੀ ਜੀਵਾਂ ਨੂੰ ਸਾਡੀ ਮਨੁੱਖਤਾ ਦੇ ਕਲਿਆਣ ਦੇ ਲਈ ਜੋ ਉਪਦੇਸ਼ ਕਰਦੇ ਨੇ। ਪਰ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਬੜਾ ਸੁੰਦਰ ਫਰਮਾਇਆ ਹੈ, ਮਹਾ ਦਿਵਸ ਮਹੂਰਤ ਭਲੇ, ਜਿਸ ਕੋ ਨਦਰ ਕਰੇ ਕਿ ਦਿਨ ਥਿਤ ਵਾਰ ਉਹੀ ਚੰਗਾ ਹੈ। ਐ ਮੇਰੇ ਮਾਲਕ, ਜਦੋਂ ਤੇਰੀ ਯਾਦ ਆਉਂਦੀ ਹੈ, ਜਦੋਂ ਤੂੰ ਚੇਤਾ ਆਉਂਦਾ ਹੈ, ਜਿਸ ਸਮੇਂ ਤੂੰ ਭੁੱਲ ਜਾਣਾ ਹੈ, ਜਿਸ ਸਮੇਂ ਤੇਰੀ ਯਾਦ ਵਿਸਰ ਜਾਂਦੀ ਹੈ, ਉਹ ਰੁੱਤ ਭਾਵੇਂ ਕਿਵੇਂ ਦੀ ਮਰਜ਼ੀ ਹੋ ਜਾਵੇ, ਕਿਵੇਂ ਦੀ ਮਰਜ਼ੀ ਰੁੱਤ ਹੋਵੇ, ਉਹ ਵਿਅਰਥ ਹੈ। ਅਤੇ ਸਤਿਗੁਰੂ ਜੀ ਇਹਨਾਂ 12 ਮਾਹ ਦੇ ਸਿਰਲੇਖ ਦੇ ਅਧੀਨ ਇਹਨਾਂ 12 ਮਹੀਨਿਆਂ ਦੇ ਮਾਧਿਅਮ ਦੇ ਰਾਹੀਂ ਸਾਡਾ ਪਾਰ ਉਤਾਰਾ ਕਰਦੇ ਨੇ, ਸਾਨੂੰ ਸਮਝਾਉਣਾ ਕਰਦੇ ਨੇ। ਕਿਉਂਕਿ ਸਤਿਗੁਰੂ ਗੁਰੂ ਗਰੀਬ ਨਿਵਾਜ ਮਹਾਰਾਜ ਜੀ ਨੇ ਬਾਣੀ ਦੇ ਅੰਦਰ ਅਨੇਕਾਂ ਉਦਾਹਰਨਾਂ ਦੇ ਰਾਹੀਂ, ਅਨੇਕਾਂ ਮਾਧਿਅਮਾਂ ਦੇ ਰਾਹੀਂ ਸਾਨੂੰ ਸਮਝਾਉਣ ਦਾ ਪ੍ਰਯਤਨ ਕੀਤਾ ਹੈ। ਸਤਿਗੁਰੂ ਜੀ ਨੇ ਤਾਂ ਇੱਥੋਂ ਤੱਕ ਕਿਹਾ ਹੈ, ਸੁਆਮੀ ਕੋ ਗ੍ਰਹਿ ਜਿਉ ਸਦਾ, ਸਵਾਨ ਤਜਤ ਨਹੀਂ ਨਿਤ। ਨਾਨਕ ਇਹ ਬਿਧ ਹਰਿ ਭਜੋ, ਇੱਕ ਮਨ ਹੋਏ ਇੱਕ ਚਿੱਤ। ਕਿ ਜਿਸ ਤਰ੍ਹਾਂ ਆਪਣੇ ਸਵਾਮੀ ਦਾ ਘਰ ਇੱਕ ਕੂਕਰ ਨਹੀਂ ਛੱਡਦਾ, ਸਵਾਨ ਹੁੰਦਾ ਇਹ ਕੁੱਤਾ,
ਕੂਕਰ ਆਪਣੇ ਮਾਲਕ ਦਾ ਘਰ ਨਹੀਂ ਛੱਡਦਾ। ਸੁਆਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ। ਨਾਨਕ ਇਹ ਬਿਧ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ। ਇੱਕ ਮਨ ਇੱਕ ਚਿੱਤ ਹੋ ਕੇ ਕੂਕਰ ਵੀ ਸੇਵਾ ਕਰ ਰਿਹਾ ਹੈ। ਮਾਲਕ ਉਸ ਨੂੰ ਆਪਣੇ ਦਰ ਤੋਂ ਕਈ ਵਾਰ ਫਟਕਾਰ ਵੀ ਦਿੰਦਾ ਹੈ, ਡੰਡਾ ਵੀ ਮਾਰ ਦਿੰਦਾ ਹੈ, ਪਰ ਇਸ ਦੇ ਬਾਵਜੂਦ ਵੀ ਉਹ ਕੂਕਰ ਆਪਣੇ ਮਾਲਕ ਦੇ ਦਰ ਦਾ ਪੱਲਾ ਨਹੀਂ ਛੱਡਦਾ। ਆਪਣੇ ਮਾਲਕ ਦੇ ਦਰ ਦੀ ਰਖਵਾਲੀ ਇੱਕ ਮਨ ਇੱਕ ਚਿੱਤ ਹੋ ਕੇ ਕਰਦਾ ਹੈ। ਇਸੇ ਤਰ੍ਹਾਂ ਹੀ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਸਮਝਾਇਆ ਹੈ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਤੈਨੂੰ ਹੁਕਮ ਮੰਨ ਕੇ ਉਸ ਪਰਮਾਤਮਾ ਨੂੰ ਪਾਉਣਾ ਪਵੇਗਾ, ਉਸ ਪਰਮਾਤਮਾ ਦਾ ਹੁਕਮ ਤੈਨੂੰ ਮੰਨਣਾ ਪਵੇਗਾ। ਤੇ ਸਤਿਗੁਰੂ ਜੀ ਸ਼ਬਦ ਦੀ ਆਰੰਭਤਾ ਕਰਦੇ ਨੇ। ਇਸ ਮੱਘਰ ਦੇ ਮਹੀਨੇ ਦੀ ਸ਼ਬਦ ਦੀ ਆਰੰਭਤਾ ਕਰਦੇ ਹੋਏ ਫਰਮਾਨ ਕਰਦੇ ਨੇ, ਮੱਘਰ ਮਾਹੇ ਸੁਹੰਦੀਆਂ। ਕਿ ਭਾਈ ਇਹ ਮੱਘਰ ਦਾ ਮਹੀਨਾ ਚੜ੍ਹਿਆ ਹੈ, ਕੱਤਕ ਤੋਂ ਬਾਅਦ ਮੱਘਰ ਆਇਆ ਹੈ। ਜਿਹੜਾ ਮੱਘਰ ਦਾ ਮੌਸਮ ਹੈ ਠੰਡੀ ਮਿੱਠੀ ਰੁੱਤ ਹੈ, ਨਾ ਹੀ ਠੰਡ ਹੈ ਤੇ ਨਾ ਹੀ ਜ਼ਿਆਦਾ ਗਰਮੀ ਹੈ, ਕਿਉਂਕਿ ਮੱਘਰ ਤੋਂ ਬਾਅਦ ਪੋਖ ਦਾ ਮਹੀਨਾ ਆਉਂਦਾ ਹੈ, ਪੋਹ ਦਾ ਮਹੀਨਾ ਆਉਂਦਾ ਹੈ। ਪੋਹ ਦੇ ਮਹੀਨੇ ਦੇ ਵਿੱਚ ਅੱਤਾਂ ਦੀ ਸਰਦੀ ਹੈ, ਅੱਤ ਦੀ ਠੰਡ ਹੈ। ਤੇ ਪਰ ਜਿਹੜਾ ਮੱਘਰ ਦਾ ਮਹੀਨਾ ਹੈ, ਸਤਿਗੁਰ ਕਹਿੰਦੇ ਭਾਈ ਇਹ ਠੰਡੀ ਮਿੱਠੀ ਰੁੱਤ ਹੈ, ਬੜੀ ਪਿਆਰੀ ਰੁੱਤ ਹੈ, ਸੁਹਾਵੀ ਰੁੱਤ ਹੈ, ਬੜੀ ਚੰਗੀ ਲੱਗਦੀ ਹੈ, ਬੜੀ ਪਿਆਰੀ ਲੱਗਦੀ ਹੈ। ਤੇ ਸਤਿਗੁਰ ਕਹਿੰਦੇ ਪਰ ਇੱਕ ਗੱਲ ਯਾਦ ਰੱਖੀ, ਕਿਉਂਕਿ ਸਤਿਗੁਰ ਨੇ ਬਾਣੀ ਦੇ ਅੰਦਰ ਸਾਨੂੰ ਸਭ ਨੂੰ ਜੀਵ ਰੂਪੀ ਇਸਤਰੀਆਂ ਬਿਆਨ ਕੀਤਾ ਹੈ ਕਿ ਅਸੀਂ ਸਾਰੀਆਂ ਉਸ ਦੀਆਂ ਜੀਵ ਰੂਪੀ ਇਸਤਰੀਆਂ ਹਾਂ। ਪਤੀ ਤਾਂ ਇੱਕ ਹੈ, ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ। ਪਰਮਾਤਮਾ ਪਤੀ ਹੈ, ਅਸੀਂ ਉਸ ਦੀਆਂ ਸਾਰੀਆਂ ਜੀਵ ਰੂਪੀ ਇਸਤਰੀਆਂ ਹਾਂ। ਤੇ ਸਤਿਗੁਰ ਆਖਦੇ ਮੱਘਰ ਮਾਹੇ ਸੁਹੰਦੀਆਂ, ਕਿ ਭਾਈ ਸੋਹਣੀ ਤਾਂ ਉਹ ਲੱਗਦੀ ਹੈ ਮੱਘਰ ਦੇ ਅੰਦਰ, ਸੁਚੱਜੀ ਤਾਂ ਉਹ ਲੱਗਦੀ ਹੈ। ਕਿਹੜੀ ਸੁਚੱਜੀ ਹੈ? ਹਰ ਪਿਰ ਸੰਗ ਬੈਠੜੀਆਂ, ਜਿਹੜੀ ਆਪਣੀ ਪਤੀ ਦੇ ਕੋਲ ਬੈਠੀ ਹੈ, ਜਿਹੜੀ ਆਪਣੇ ਪਤੀ ਦੇ ਲਾਗੇ ਬੈਠੀ ਹੈ, ਆਪਣੇ ਪਤੀ ਦੇ ਕੋਲ ਬੈਠੀ ਹੈ, ਉਹੀ ਇਸਤਰੀ ਸੋਹਣੀ ਲੱਗਦੀ ਹੈ। ਉਦਾਹਰਨ ਦੇ ਤੌਰ ਤੇ ਆਪਾਂ ਲਾ ਲਈਏ, ਜੇਕਰ ਇੱਕ ਇਸਤਰੀ ਲੱਖਾਂ ਹੀ ਸ਼ਿੰਗਾਰ ਕਰੇ, ਲੱਖਾਂ ਪ੍ਰਕਾਰ ਦੇ ਹੀਰੇ ਗਹਿਣੇ ਪਹਿਨੇ, ਪਰ ਜੇਕਰ ਉਸ ਦੇ ਹੀਰੇ ਗਹਿਣੇ ਪਹਿਨੇ ਹੋਏ ਪਤੀ ਨੂੰ ਪਸੰਦ ਨਾ ਹੋਣ, ਭਾਵ ਕਿ ਉਹ ਆਪਣੇ ਪਤੀ ਦੇ ਕਹੇ ਦੇ ਵਿੱਚ ਨਾ ਹੋਵੇ, ਆਪਣੇ ਪਤੀ ਦੇ ਆਖੇ ਦੇ ਵਿੱਚ ਨਾ ਹੋਵੇ, ਤਾਂ ਉਸ ਦਾ ਕੀਤਾ ਹੋਇਆ ਹਾਰ ਸ਼ਿੰਗਾਰ ਸਤਿਗੁਰ ਕਹਿੰਦੇ ਵਿਅਰਥ ਹੈ, ਭਾਈ ਬੇਕਾਰ ਹੈ। ਤੇਰਾ ਪਾਇਆ ਹੋਇਆ ਹਾਰ ਸ਼ਿੰਗਾਰ ਅਜਾਈ ਹੈ। ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਸਮਝਾਇਆ ਹੈ ਨਾ ਬੜੇ ਸੁੰਦਰ ਤਰੀਕੇ ਦੇ ਨਾਲ, ਧਨ ਪਿਰ ਇਹ ਨਾ ਆਖੀਐ ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ। ਧਨ ਪਿਰ ਕਹੀਏ ਸੋਏ ਕਿ ਪਤੀ ਪਤਨੀ ਕੌਣ ਹਨ? ਪਤੀ ਪਤਨੀ ਕਿਸ ਨੂੰ ਆਖਿਆ ਜਾ ਸਕਦਾ ਹੈ? ਧਨ ਹੁੰਦਾ ਏ ਪਤਨੀ, ਪਿਰ ਹੁੰਦਾ ਏ ਪਤੀ। ਤੇ ਸਤਿਗੁਰ ਕਹਿੰਦੇ ਨੇ ਬੇਸ਼ੱਕ ਕਿ ਦੋ ਸਰੀਰ ਜੋ ਇਕੱਠੇ ਹੋ ਕੇ ਬੈਠਦੇ ਨੇ, ਕਿ ਉਹ ਪਤੀ ਪਤਨੀ ਨੇ? ਸਤਿਗੁਰ ਆਖਦੇ ਨਹੀਂ ਭਾਈ, ਉਹ ਪਤੀ ਪਤਨੀ ਨਹੀਂ ਹਨ। ਪਤੀ ਪਤਨੀ ਤਾਂ ਉਹ ਨੇ, ਧਨ ਪਿਰ ਇਹ ਨਾ ਆਖੀ ਹੈ ਬਹਿਣ ਇਕੱਠੇ ਹੋਏ। ਪਤੀ ਪਤਨੀ ਦੀ ਨਿਸ਼ਾਨੀ ਕੀ ਹੈ? ਏਕ ਜੋਤ ਦੋਏ ਮੂਰਤੀ। ਬੇਸ਼ੱਕ ਮੂਰਤਾਂ ਦੋ ਹੋਣ, ਜੋਤ ਇੱਕ ਹੋਵੇ, ਭਾਵ ਕਿ ਉਹਨਾਂ ਦੀ ਵਿਚਾਰ, ਉਹਨਾਂ ਦੀ ਸਮਝ ਇੱਕ ਹੋਣੀ ਬੜੀ ਲਾਜ਼ਮੀ ਹੈ। ਤੇ ਸਤਿਗੁਰ ਕਹਿੰਦੇ ਮੱਘਰ ਮਾਹੇ ਸੁਹੰਦੀਆਂ, ਭਾਈ ਸੋਹਣੀਆਂ ਤਾਂ ਉਹ ਲੱਗਦੀਆਂ ਨੇ ਮੱਘਰ ਦੇ ਮਹੀਨੇ ਦੇ ਅੰਦਰ। ਮੱਘਰ ਦੇ ਮਹੀਨੇ ਦੇ ਅੰਦਰ ਸੁੰਦਰਤਾ ਤਾਂ ਉਹਨਾਂ ਦੀ ਝਲਕਦੀ ਹੈ। ਹਰ ਪਿਰ ਸੰਗ ਬੈਠੜੀਆਂ, ਆਪਣੇ ਪਤੀ ਦੇ ਸੰਗ ਬੈਠੀਆਂ ਨੇ, ਆਪਣੇ ਪਤੀ ਦੇ ਲਾਗੇ ਬੈਠੀਆਂ ਨੇ। ਤੇ ਲਾਗੇ ਤਾਂ ਹੀ ਬਹਿਣਗੀਆਂ ਨਾ ਜੇ ਪਤੀ ਨੂੰ ਪਸੰਦ ਹੋਣਗੀਆਂ, ਜੇ ਪਤੀ ਨੂੰ ਚੰਗੀਆਂ ਲੱਗਦੀਆਂ ਹੋਣਗੀਆਂ, ਜੇ ਪਤੀ ਨੂੰ ਸੁੰਦਰਤਾ ਲੱਗਦੀ ਹੋਵੇਗੀ, ਸੁਚੱਜੀਆਂ ਲੱਗਦੀਆਂ ਹੋਣਗੀਆਂ, ਤਾਂ ਹੀ ਪਤੀ ਦੇ ਕੋਲ ਬੈਠਣ ਦਾ ਸੁਭਾਗ ਪ੍ਰਾਪਤ ਹੋਵੇਗਾ। ਤੇ ਸਤਿਗੁਰੂ ਆਖਦੇ ਤਿਨ ਕੀ ਸ਼ੋਭਾ ਕਿਆ ਗਣੀ। ਤਿਨਾਂ ਦੀ ਭਾਈ ਸ਼ੋਭਾ ਗਿਣਤੀ ਦੇ ਵਿੱਚ ਨਹੀਂ ਆ ਸਕਦੀ, ਤਿਨਾਂ ਦੀ ਸ਼ੋਭਾ ਆਖੀ ਨਹੀਂ ਜਾ ਸਕਦੀ। ਕਿਹਨਾਂ ਦੀ? ਹਰ ਤਿਨ ਕੀ ਸ਼ੋਭਾ ਕਿਆ ਗਣੀ। ਜੇ ਸਾਹਿਬ ਮਿਲੜੀਆਂ, ਜਿਹੜੀਆਂ ਸਾਹਿਬ ਦੇ ਨਾਲ ਭਾਈ ਮਿਲੀਆਂ ਹੋਈਆਂ ਨੇ, ਸਾਹਿਬ ਦੇ ਨਾਲ ਇੱਕ ਹੋਈਆਂ ਪਈਆਂ ਨੇ, ਤਿਨਾਂ ਦੀ ਵਡਿਆਈ ਕੀਤੀ ਨਹੀਂ ਜਾ ਸਕਦੀ, ਤਿਨਾਂ ਦੀ ਸ਼ੋਭਾ ਕੀਤੀ ਨਹੀਂ ਜਾ ਸਕਦੀ, ਕਿਉਂਕਿ ਉਹ ਆਪਣੇ ਪਤੀ ਦੇ ਕੋਲ ਬੈਠੀਆਂ ਹੋਈਆਂ ਨੇ, ਆਪਣੇ ਪਤੀ ਦੇ ਲਾਗੇ ਨੇ। ਭਾਈ ਉਹਨਾਂ ਦੀ ਸ਼ੋਭਾ ਨੂੰ, ਉਹਨਾਂ ਦੀ ਵਡਿਆਈ ਨੂੰ ਸਤਿਗੁਰ ਆਖਦੇ
ਬਿਆਨ ਨਹੀਂ ਕੀਤਾ ਜਾ ਸਕਦਾ ਇਸ ਮੱਘਰ ਦੇ ਮਹੀਨੇ ਦੇ ਵਿੱਚ। ਤੇ ਸਤਿਗੁਰੂ ਜੀ ਕਹਿੰਦੇ ਨੇ ਨਾ, ਆਰੰਭਤਾ ਕਰਦੇ ਨੇ ਜਦ 12 ਮਾਹ ਦੀ, ਤੇ ਕਹਿੰਦੇ ਇੱਕ ਜੀਵ ਰੂਪੀ ਇਸਤਰੀ ਜੋ ਆਪਣੇ ਪਤੀ ਤੋਂ ਵਿਛੜ ਗਈ ਹੈ। ਤੇ ਵਿਛੜੀ ਕਿਉਂ ਹੈ? ਸਤਿਗੁਰੂ ਜੀ ਇਹਨਾਂ 12 ਮਹੀਨਿਆਂ ਦੇ ਮਾਧਿਅਮ ਦੇ ਰਾਹੀਂ, ਵੱਖ-ਵੱਖ ਰੁੱਤਾਂ ਦੇ ਰਾਹੀਂ, ਕਹਿੰਦੇ ਜਿਵੇਂ ਬਾਹਰ ਰੁੱਤਾਂ ਬਦਲ ਰਹੀਆਂ ਨੇ ਨਾ ਭਾਈ, ਇਹ ਬੰਦਿਆ ਤੇਰੇ ਅੰਦਰ ਵੀ ਰੁੱਤਾਂ ਦਾ ਪ੍ਰਵਾਹ ਚੱਲ ਰਿਹਾ ਹੈ, ਤੇਰੇ ਅੰਦਰ ਵੀ ਰੁੱਤਾਂ ਚੱਲ ਰਹੀਆਂ ਨੇ, ਤੇਰੇ ਅੰਦਰ ਵੀ ਬਦਲਾਵ ਆ ਰਹੇ ਨੇ, ਤੇਰਾ ਅੰਦਰਲਾ ਵੀ ਬਦਲ ਰਿਹਾ ਏ। ਕਿ ਜਿਵੇਂ ਬਾਹਰ ਮੌਸਮ ਬਣਿਆ ਹੈ ਠੰਡਾ ਮਿੱਠਾ, ਤੇਰੇ ਅੰਦਰਲਾ ਮੌਸਮ ਉਸੇ ਤਰ੍ਹਾਂ ਦਾ ਹੋਇਆ ਹੈ ਕਿ ਨਹੀਂ? ਸਤਿਗੁਰੂ ਜੀ ਅੰਦਰ ਦੀ ਗੱਲ ਕਰਦੇ ਨੇ, ਅੰਦਰ ਦੀ ਗੱਲ ਕਰਦੇ ਨੇ। ਜਿਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ ਨਾ, ਕਿਰਤ ਕਰਮ ਕੇ ਵਿਛੜੇ, ਆਪਣੇ ਕੀਤੇ ਹੋਏ ਕਰਮਾਂ ਦੇ ਨਾਲ, ਕੀਤੇ ਹੋਏ ਕੰਮਾਂ ਦੇ ਕਰਕੇ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਐ ਮੇਰੇ ਰਾਮ, ਕਿਰਪਾ ਕਰਕੇ ਮੈਨੂੰ ਆਪਦੇ ਆਪ ਦੇ ਨਾਲ ਮੇਲ ਲੈ, ਕਿਉਂਕਿ ਮੇਰੇ ਕਿਰਤ ਕਰਮ ਇਹੋ ਜਿਹੇ ਨੇ, ਮੇਰੇ ਕੰਮ ਇਹੋ ਜਿਹੇ ਨੇ, ਮੈਂ ਤੇਰੇ ਤੋਂ ਦੂਰ ਹੋ ਗਿਆ ਵਾਂ, ਮੈਂ ਤੇਰੇ ਤੋਂ ਦੂਰ ਚਲਾ ਗਿਆ ਹਾਂ। ਕਾਰਨ ਕੀ ਹੈ ਤੇਰੇ ਕੋਲੋਂ ਦੂਰ ਜਾਣ ਦਾ? ਕਿ ਮੇਰੇ ਕਰਮ ਚੰਗੇ ਨਹੀਂ ਨੇ, ਮੇਰੇ ਕੰਮ ਚੰਗੇ ਨਹੀਂ ਹਨ, ਮੈਂ ਆਪਣੇ ਕੀਤੇ ਹੋਏ ਕਰਮਾਂ ਕਰਕੇ ਸਤਿਗੁਰੂ ਤੇਰੇ ਤੋਂ ਦੂਰ ਜਾ ਚੁੱਕਿਆ ਹਾਂ, ਤੇਰੇ ਤੋਂ ਅੱਡ ਹੋ ਚੁੱਕਿਆ ਹਾਂ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਐ ਮੇਰੇ ਮਾਲਕ ਮੈਨੂੰ ਮੇਲ ਲੈ ਆਪਣੇ ਨਾਲ, ਕਿਰਪਾ ਕਰਕੇ ਤੂੰ ਆਪਣੀ ਬਖਸ਼ਿਸ਼ ਕਰਕੇ ਮੈਨੂੰ ਆਪਣੇ ਆਪੇ ਦੇ ਨਾਲ ਮੇਲ ਲੈ। ਤੇ ਸਤਿਗੁਰ ਕਹਿੰਦੇ ਮੱਘਰ ਮਾਹੇ ਸੁਹੰਦੀਆਂ, ਹਰ ਪਿਰ ਸੰਗ ਬੈਠੜੀਆਂ, ਤਿਨ ਕੀ ਸ਼ੋਭਾ ਕਿਆ ਗਣੀ, ਜੇ ਸਾਹਿਬ ਮੇਲੜੀਆਂ। ਭਈ ਉਹਨਾਂ ਦੀ ਸ਼ੋਭਾ ਤਾਂ ਬਿਆਨ ਹੀ ਨਹੀਂ ਕੀਤੀ ਜਾ ਸਕਦੀ, ਜਿਹੜੀਆਂ ਸਾਹਿਬ ਦੇ ਨਾਲ ਮਿਲੀਆਂ ਹੋਈਆਂ ਨੇ, ਜਿਹੜੀਆਂ ਆਪਣੇ ਪਤੀ ਦੇ ਨਾਲ ਮਿਲੀਆਂ ਹੋਈਆਂ ਨੇ, ਜਿਹੜੀਆਂ ਆਪਣੇ ਪਤੀ ਦੇ ਕੋਲ ਨੇ। ਜੇਕਰ ਆਪਾਂ ਸਿੱਧੇ ਲਫ਼ਜ਼ਾਂ ਦੇ ਵਿੱਚ ਗੱਲ ਕਰੀਏ, ਸੰਸਾਰੀ ਉਦਾਹਰਣ ਲਈਏ, ਕਿ ਜਿਹੜੀਆਂ ਇਸਤਰੀਆਂ, ਜਿਹੜਾ ਜਾਂ ਪਤੀ ਆਪਣੇ ਪਰਿਵਾਰ ਦੇ ਵਿੱਚ ਸੁਖੀ ਵਸਦਾ ਹੈ, ਆਪਣੇ ਬੱਚਿਆਂ ਦੇ ਵਿੱਚ ਸੁਖੀ ਵਸਦਾ ਹੈ, ਉਸ ਪਰਿਵਾਰ ਵਰਗਾ ਪਰਿਵਾਰ ਨਹੀਂ ਹੈ। ਤਾਂ ਕੋਈ ਝੂਠ ਨਹੀਂ ਹੋਵੇਗਾ ਕਿ ਉਹ ਸਵਰਗ ਮਾਣ ਰਿਹਾ ਹੈ, ਉਹ ਸਵਰਗ ਮਾਣ ਰਿਹਾ ਹੈ। ਤੇ ਪਰ ਜਿਹੜੇ ਪਰਿਵਾਰ ਦੇ ਵਿੱਚ ਕਲੇਸ਼ ਹੈ, ਪਤੀ ਨਸ਼ਾ ਕਰਕੇ ਘਰ ਆਉਂਦਾ ਹੈ, ਇਸਤਰੀ ਦੁਖੀ ਹੈ। ਜੇਕਰ ਇਉਂ ਕਹਿ ਲਈਏ ਕਿ ਪਤਨੀ ਘਰ ਦੇ ਵਿੱਚ ਕਲੇਸ਼ ਰੱਖਦੀ ਹੈ, ਬਣਦੀ ਨਹੀਂ ਹੈ, ਦੋਵਾਂ ਜੀਆਂ ਦੇ ਵਿੱਚ ਨਹੀਂ ਬਣਦੀ, ਤਾਂ ਵੀ ਘਰ ਨਰਕ ਦੇ ਬਰਾਬਰ ਹੈ। ਪਰ ਜੇਕਰ ਦੋਨੋਂ ਹੀ ਸੁਚੱਜੇ ਨੇ, ਦੋਨਾਂ ਦੇ ਵਿੱਚ ਆਪਸੀ ਸਦਭਾਵਨਾ ਹੈ, ਆਪਸੀ ਪ੍ਰੇਮ ਹੈ, ਤੇ ਉਸ ਘਰ ਦੇ ਵਰਗਾ ਸਵਰਗ ਨਹੀਂ ਹੈ। ਤੇ ਸਤਿਗੁਰ ਆਖਦੇ ਕਿ ਯਾਦ ਰੱਖਿਓ, ਮੱਘਰ ਮਾਹੇ ਸੁਹੰਦੀਆਂ, ਹਰ ਪਿਰ ਸੰਗ ਬੈਠੜੀਆਂ, ਤਿਨ ਕੀ ਸ਼ੋਭਾ ਕਿਆ ਗਣੀ, ਜੇ ਸਾਹਿਬ ਮਿਲਣੀਆਂ। ਭਾਈ ਉਹਨਾਂ ਦੀ ਸ਼ੋਭਾ ਨੂੰ ਤਾਂ ਬਿਆਨ ਨਹੀਂ ਕੀਤਾ ਜਾ ਸਕਦਾ, ਉਹਨਾਂ ਦੀ ਸ਼ੋਭਾ ਨੂੰ ਤਾਂ ਮਾਪਿਆ ਹੀ ਨਹੀਂ ਜਾ ਸਕਦਾ ਕਿ ਉਹਨਾਂ ਦੀ ਗਿਣਤੀ ਤੋਂ ਬਾਹਰੀ ਹੈ ਉਹਨਾਂ ਦੀ ਸ਼ੋਭਾ। ਜਿਹੜੀਆਂ ਆਪਣੇ ਪਤੀ ਦੇ ਕੋਲ ਨੇ, ਜਿਹੜੀਆਂ ਆਪਣੇ ਪਤੀ ਦੇ ਲਾਗੇ ਨੇ। ਤੇ ਸਤਿਗੁਰ ਆਖਦੇ ਕਿ ਉਹਨਾਂ ਦਾ ਜਿਹੜਾ ਮਨ ਹੈ ਨਾ, ਤਨ ਮਨ ਮੌਲਿਆ ਰਾਮ ਸਿਉ, ਉਹ ਮੌਲੇ ਹੋਏ ਨੇ ਰਾਮ ਦੇ ਵਿੱਚ, ਉਹ ਮਗਨ ਨੇ ਰਾਮ ਦੇ ਵਿੱਚ। ਤਨ ਮਨ ਮੌਲਿਆ ਰਾਮ ਸਿਉ, ਸੰਗ ਸਾਧ ਸਹੇਲੜੀਆਂ। ਕਿਉਂਕਿ ਉਹਨਾਂ ਦੀ ਸੰਗਤ ਵੀ ਚੰਗੀ ਹੈ, ਉਹਨਾਂ ਨੇ ਸੰਗਤ ਜਿਹੜੀ ਕਰਨੀ ਹੈ, ਉਹਨਾਂ ਦਾ ਸੰਗ ਹੈ ਨਾ, ਉਹਨਾਂ ਦਾ ਸਾਧਾਂ ਦੇ ਨਾਲ ਸੰਗ ਹੈ। ਤਨ ਮਨ ਮੌਲਿਆ ਰਾਮ ਸਿਉ, ਉਹ ਰਾਮ ਦੇ ਨਾਲ ਮੌਲੇ ਹੋਈਆਂ ਨੇ। ਜੇਕਰ ਦੇਖਿਆ ਜਾਵੇ ਪਰਿਵਾਰਾਂ ਦੇ ਵਿੱਚ ਵੀ ਜਿਹੜਾ ਘਰ ਸੁਖੀ ਹੈ, ਉਹਨਾਂ ਦੀ ਸੰਗਤ ਵੀ ਇਹੋ ਜਿਹੀ ਹੋਵੇਗੀ। ਉਹਨਾਂ ਦੇ ਉੱਪਰ ਆਲੇ ਦੁਆਲੇ ਦਾ ਅਸਰ ਕੋਈ ਨਹੀਂ ਹੋਵੇਗਾ। ਉਹਨਾਂ ਦੇ ਉੱਪਰ ਜੇਕਰ ਆਂਢ ਗੁਆਂਢਣ ਆਣ ਕੇ ਕਹੇਗੀ ਨਾ ਕਿ ਤੇਰਾ ਪਤੀ ਇੰਜ ਕਰਦਾ ਹੈ, ਤੇਰੇ ਖਿਲਾਫ ਬੋਲਦਾ ਹੈ, ਤੇਰੀ ਸੱਸ ਤੇਰੇ ਖਿਲਾਫ ਬੋਲਦੀ ਹੈ, ਤੇ ਉਹਨਾਂ ਦੇ ਬੋਲੇ ਹੋਏ ਦਾ ਅਸਰ ਉਸ ਜੀਵ ਰੂਪੀ ਇਸਤਰੀ ਤੇ ਨਹੀਂ ਹੁੰਦਾ, ਉਸ ਇਸਤਰੀ ਦੇ ਉੱਪਰ ਅਸਰ ਹੁੰਦਾ ਨਹੀਂ ਹੈ। ਕਾਰਨ ਕੀ ਹੈ? ਕਿਉਂਕਿ ਮੌਲਿਆ ਹੋਇਆ ਹੈ ਮਨ, ਵਿਸ਼ਵਾਸ ਹੈ, ਦ੍ਰਿੜ ਨਿਸ਼ਚਾ ਹੈ, ਦ੍ਰਿੜ ਨਿਸ਼ਚਾ ਹੈ। ਤਨ ਮਨ ਮੌਲਿਆ ਰਾਮ ਸਿਉ, ਰਾਮ ਦੇ ਨਾਲ ਤਨ ਮਨ ਮੌਲਿਆ ਹੋਇਆ ਹੈ। ਸੰਗ ਸਾਧ ਸਹੇਲੜੀਆਂ, ਉਹਨਾਂ ਦਾ ਜਿਹੜਾ ਸੰਗ ਹੈ ਨਾ, ਉਹ ਸਾਧਾਂ ਦੇ ਨਾਲ ਹੈ। ਸਾਧ ਤੋਂ ਭਾਵ ਜ਼ਰੂਰੀ ਨਹੀਂ ਹੈ ਕਿ ਜਿਸ ਨੇ ਇੱਕ ਲੰਮਾ ਚੋਲਾ ਪਾਇਆ ਹੋਏ ਉਹ ਸਾਧ ਹੈ। ਤੇ ਸਤਿਗੁਰੂ ਜੀ ਬਿਰਤੀ ਦੀ ਗੱਲ ਕਰਦੇ ਨੇ ਕਿ ਸੰਗਤ ਚੰਗੀ ਹੈ, ਸਾਧ ਦੇ ਰੂਪ ਦੇ ਵਿੱਚ ਸੰਗਤ ਹੈ, ਭਾਵ ਕਿ ਭਲੇ ਭਲੇ ਪੁਰਸ਼ਾਂ ਦੀ ਸੰਗਤ ਕਰ ਰਹੀ ਹੈ। ਤੇ ਸਤਿਗੁਰੂ ਆਖਦੇ ਯਾਦ ਰੱਖਿਓ, ਜਿਨ੍ਹਾਂ ਦਾ ਸੰਗ ਚੰਗਾ ਹੈ, ਜਿਹੜੇ ਰਾਮ ਦੇ ਨਾਮ ਦੇ ਵਿੱਚ ਮਗਨ ਨੇ,
ਤੇ ਸਤਿਗੁਰੂ ਆਖਦੇ ਤਿਨ ਦੁੱਖ ਨਾ ਕਬਹੂ ਉਤਰੈ ਜੇ ਸੇ ਜਮ ਕੇ ਵਸ ਪੜੀਆਂ। ਤੇ ਯਾਦ ਰੱਖਿਓ ਜਿਹੜੀਆਂ ਨੇ ਸਾਧ ਦੀ ਸੰਗਤ ਨਹੀਂ ਕੀਤੀ ਨਾ, ਤੇ ਉਹਨਾਂ ਦੇ ਬਾਬਤ ਸਤਿਗੁਰੂ ਜੀ ਕੀ ਕਹਿੰਦੇ ਨੇ, ਸਾਧ ਜਨਾ ਤੇ ਬਾਹਰੀ ਸੇ ਰਹਿਣ ਅਕੇਲੜੀਆਂ। ਜਿਹੜੀਆਂ ਸਾਧਾਂ ਤੋਂ ਬਾਹਰੀਆਂ ਨੇ, ਭਾਵ ਕਿ ਸੰਗਤ ਤੋਂ ਬਾਹਰੀਆਂ ਨੇ, ਉਹ ਇਕੱਲੀਆਂ ਰਹਿ ਜਾਂਦੀਆਂ ਨੇ। ਉਹਨਾਂ ਦੇ ਨਾਲ ਸਾਥ ਨਿਭਾਉਣ ਵਾਲਾ ਕੋਈ ਨਹੀਂ ਹੈ। ਸਤਿਗੁਰੂ ਆਖਦੇ ਉਹਨਾਂ ਦੇ ਨਾਲ ਚੱਲਣ ਵਾਲਾ ਕੋਈ ਨਹੀਂ ਹੈ, ਉਹਨਾਂ ਦੇ ਨਾਲ ਖੜਨ ਵਾਲਾ ਕੋਈ ਨਹੀਂ ਹੈ। ਤੇ ਸਤਿਗੁਰੂ ਆਖਦੇ ਯਾਦ ਰੱਖਿਓ ਤਿੰਨ ਦੁੱਖ ਨਾ ਕਬਹੂ ਉਤਰੈ। ਉਹਨਾਂ ਦਾ ਦੁੱਖ ਜੀਵਨ ਦੇ ਵਿੱਚੋਂ ਕਦੀ ਉਤਰਦਾ ਹੀ ਨਹੀਂ ਹੈ, ਜੀਵਨ ਦੇ ਵਿੱਚੋਂ ਦੁੱਖ ਕਦੀ ਖਤਮ ਨਹੀਂ ਹੁੰਦਾ। ਸਤਿਗੁਰੂ ਜੀ ਇੱਥੇ ਸਰੀਰਕ ਦੁੱਖ ਦੀ ਨਹੀਂ ਗੱਲ ਕਰ ਰਹੇ, ਇੱਥੇ ਅੰਤਰੀਵ ਦੁੱਖ ਦੀ ਕਰ ਰਹੇ ਨੇ, ਜਿਹੜਾ ਅੰਦਰ ਦੁੱਖ ਚਿੰਬੜਿਆ ਹੋਇਆ ਹੈ, ਜਿਹੜਾ ਅੰਦਰੂਨੀ ਤੌਰ ਤੇ ਦੁੱਖ ਲੱਗਿਆ ਹੋਇਆ ਏ ਉਹਨਾਂ ਇਸਤਰੀਆਂ ਨੂੰ। ਤੇ ਸਤਿਗੁਰੂ ਆਖਦੇ ਉਹ ਜੀਵ ਰੂਪੀ ਇਸਤਰੀਆਂ ਤਿੰਨ ਦੁੱਖ ਨਾ ਕਬਹੂ ਉਤਰੈ ਸੇ ਜਮ ਕੈ ਵਸ ਪੜੀਆਂ। ਮਾਨੇ ਉਹ ਜਮਾਂ ਦੇ ਵਸ ਦੇ ਵਿੱਚ ਪਈਆਂ ਹੋਈਆਂ ਨੇ, ਜਮਾਂ ਦੇ ਵਸ ਦੇ ਵਿੱਚ ਪਈਆਂ ਹੋਈਆਂ ਨੇ, ਭਾਵ ਕਿ ਉਹਨਾਂ ਨੂੰ ਚਾਰੇ ਪਾਸਿਓਂ ਧੱਕੇ ਹੀ ਮਿਲਦੇ ਨੇ, ਚਾਰੇ ਪਾਸੋਂ ਖੋਟੀਆਂ ਗੱਲਾਂ ਸੁਣਨ ਨੂੰ ਹੀ ਮਿਲਦੀਆਂ ਨੇ। ਉਹਨਾਂ ਦੇ ਬਾਰੇ ਕੋਈ ਚੰਗਾ ਨਹੀਂ ਆਖਦਾ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਿੱਥੇ ਜਾਣਗੀਆਂ ਕਲੇਸ਼ ਪਾਉਣਗੀਆਂ, ਜਿੱਥੇ ਜਾਣਗੀਆਂ ਇਹ ਕਲੇਸ਼ ਪਾਉਣਗੀਆਂ। ਤੇ ਸਤਿਗੁਰੂ ਆਖਦੇ ਜਿਨੀ ਰਾਵਿਆ ਪ੍ਰਭ ਆਪਣਾ, ਜਿਨ੍ਹਾਂ ਨੇ ਆਪਣਾ ਪਤੀ ਰਾਵਿਆ ਏ। ਜਿਹੜਾ ਸਤਿਗੁਰੂ ਜੀ ਹੁਣ ਦੂਜੇ ਪਾਸੇ ਗੱਲ ਕਰਦੇ ਨੇ, ਇੱਕ ਪਾਸੇ ਤਾਂ ਉਹ ਆ ਗਈਆਂ ਨਾ, ਸਤਿਗੁਰੂ ਜੀ ਪਹਿਲਾਂ ਗੱਲ ਕੀਤੀ ਜਿਨ੍ਹਾਂ ਨੇ ਸੰਗਤ ਕੀਤੀ, ਜਿਨ੍ਹਾਂ ਨੇ ਆਪਣੇ ਪਤੀ ਦੇ ਕੋਲ ਬੈਠੀਆਂ, ਉਹ ਤਾਂ ਵਡਭਾਗੀਆਂ ਹੋ ਗਈਆਂ। ਫਿਰ ਸਤਿਗੁਰੂ ਜੀ ਨੇ ਗੱਲ ਕੀਤੀ ਕਿ ਭਾਈ ਜਿਹੜੀਆਂ ਆਪਣੇ ਪਤੀ ਦਾ ਆਖਾ ਨਹੀਂ ਮੰਨਦੀਆਂ, ਉਸ ਪਰਮਾਤਮਾ ਦੇ ਦੱਸੇ ਹੋਏ ਮਾਰਗ ਤੇ ਭਾਈ ਚੱਲਦੀਆਂ ਹੀ ਨਹੀਂ ਗਈਆਂ, ਉਹ ਤਾਂ ਫਿਰ ਖੁਆਰ ਹੁੰਦੀਆਂ ਹੀ ਹਨ। ਤੇ ਪਰ ਜਿਨੀ ਰਾਵਿਆ ਪ੍ਰਭ ਆਪਣਾ, ਜਿਨ੍ਹਾਂ ਨੇ ਆਪਣਾ ਪਤੀ ਰਾਵਿਆ ਏ, ਜਿਨ੍ਹਾਂ ਨੇ ਪਰਮਾਤਮਾ ਨੂੰ ਚੇਤਾ ਕੀਤਾ ਏ, ਜਿਨ੍ਹਾਂ ਨੇ ਉਸ ਨੂੰ ਯਾਦ ਕੀਤਾ ਏ, ਜਿਨ੍ਹਾਂ ਨੇ ਉਸ ਦੇ ਹੁਕਮ ਦੇ ਵਿੱਚ ਚੱਲਿਆ ਹੈ, ਜੋ ਉਸ ਦੇ ਭਾਣੇ ਦੇ ਵਿੱਚ ਚੱਲੇ ਨੇ। ਸਤਿਗੁਰੂ ਆਖਦੇ ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜੀਆਂ। ਉਹ ਪਰਮਾਤਮਾ ਦੇ ਦਰਬਾਰ ਦੇ ਵਿੱਚ ਨਿਤਾਂ ਪ੍ਰਤੀ ਖੜੀਆਂ ਦਿਸਦੀਆਂ ਨੇ, ਭਾਵ ਕਿ ਉਹਨਾਂ ਦੇ ਜੀਵਨ ਦੇ ਵਿੱਚ ਕਦੀ ਹੁਕਮ ਅਦੂਲੀ ਹੁੰਦੀ ਹੀ ਨਹੀਂ ਹੈ, ਉਹਨਾਂ ਦੇ ਜੀਵਨ ਦੇ ਵਿੱਚ ਕਦੀ ਹੁਕਮ ਅਦੂਲੀ ਹੁੰਦੀ ਨਹੀਂ ਹੈ। ਉਹ ਪਰਮਾਤਮਾ ਦਾ ਹੁਕਮ ਸੱਚ ਕਰਕੇ ਜਾਣਦੀਆਂ ਨੇ। ਉਹ ਕਹਿੰਦੀਆਂ ਨੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੇ ਨਾ ਕੋਈ। ਉਹ ਕਹਿੰਦੀਆਂ ਨੇ ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਉਹ ਕਹਿੰਦੀਆਂ ਨੇ ਐ ਮੇਰੇ ਮਾਲਕ ਗੱਲ ਤਾਂ ਉਹੀ ਚੰਗੀ ਹੈ, ਗੱਲ ਤਾਂ ਉਹੀ ਸੋਹਣੀ ਹੈ ਜੋ ਤੈਨੂੰ ਭਾਉਂਦੀ ਹੈ, ਜੋ ਤੈਨੂੰ ਚੰਗੀ ਲੱਗਦੀ ਹੈ। ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜੀਆਂ, ਰਤਨ ਜਵੇਹਰ ਲਾਲ ਹਰ ਕੰਠ ਤਿਨਾ ਜੜੀਆਂ। ਤੇ ਸਤਿਗੁਰੂ ਆਖਦੇ ਕਿ ਰਤਨ ਜਵੇਹਰ ਲਾਲ ਹਰ ਕੰਠ ਤਿਨਾ ਜੜੀਆਂ, ਉਹਨਾਂ ਨੂੰ ਇਹ ਹਾਰ ਸ਼ਿੰਗਾਰ ਸ਼ੋਭਦਾ ਹੈ, ਚੰਗਾ ਲੱਗਦਾ ਹੈ, ਸੋਹਣਾ ਲੱਗਦਾ ਹੈ। ਕਿਉਂ? ਕਿਉਂਕਿ ਉਹ ਪਤੀ ਦੇ ਆਖੇ ਦੇ ਵਿੱਚ ਨੇ, ਉਹਨਾਂ ਨੇ ਜੀਵਨ ਦੇ ਵਿੱਚ ਹੁਕਮ ਕਮਾਇਆ ਹੈ, ਜੀਵਨ ਦੇ ਵਿੱਚ ਉਸ ਪਰਮਾਤਮਾ ਦੇ ਹੁਕਮ ਨੂੰ ਮੰਨਿਆ ਹੈ, ਉਸ ਦੇ ਭਾਣੇ ਦੇ ਅੰਦਰ ਆਪਣਾ ਜੀਵਨ ਬਤੀਤ ਕਰ ਦਿੱਤਾ ਹੈ। ਉਹਨਾਂ ਦੇ ਜੀਵਨ ਦੇ ਵਿੱਚ ਦੁੱਖ ਆਵੇ, ਉਹਨਾਂ ਦੇ ਜੀਵਨ ਦੇ ਵਿੱਚ ਸੁੱਖ ਆਵੇ, ਉਹ ਪਰਮਾਤਮਾ ਦਾ ਹੁਕਮ ਕਰਕੇ ਜਾਣਦੀਆਂ ਨੇ। ਜੇ ਸੁਖ ਦੇਹ ਤਾਂ ਤੁਝੇ ਅਰਾਧੀ, ਦੁੱਖ ਭੀ ਤੁਝੇ ਧਿਆਈ, ਜੇ ਭੁੱਖ ਦੇਹ ਤਾਂ ਇਤਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ। ਉਹ ਗਾਉਂਦੀਆਂ ਨੇ ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਉਹਨਾਂ ਦੇ ਜੀਵਨ ਦਾ ਜਿਹੜਾ ਅਸਲੀ ਭਾਵ ਹੈ, ਜੀਵਨ ਦਾ ਜੋ ਅਸਲ ਮਨੋਰਥ ਹੈ, ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਸਮਝ ਆ ਜਾਂਦਾ ਹੈ। ਉਹ ਦੁੱਖ ਨੂੰ ਵੀ ਸੁੱਖ ਕਰਕੇ ਜਾਣਦੀਆਂ ਨੇ, ਭਾਵ ਕਿ ਦੁੱਖ ਦੇ ਵਿੱਚ ਵੀ ਸੁੱਖ ਦਾ ਅਨੁਭਵ ਕਰ ਲੈਂਦੀਆਂ ਨੇ। ਕਿਵੇਂ ਕਰ ਲੈਂਦੀਆਂ ਨੇ? ਕਿਉਂਕਿ ਉਹ ਸਰੀਰਕ ਦੁੱਖ ਨੂੰ ਦੁੱਖ ਸਮਝਦੀਆਂ ਹੀ ਨਹੀਂ ਹੈਗੇ। ਉਹ ਜਾਣਦੀਆਂ ਨੇ
ਕਿ ਇਹ ਜਿਹੜਾ ਦੁੱਖ ਸੁੱਖ ਹੈ ਨਾ, ਇਹ ਪਰਮਾਤਮਾ ਦੀ ਦਿੱਤੀ ਹੋਈ ਦਾਤ ਹੈ, ਪਰਮਾਤਮਾ ਦੀ ਦਿੱਤੀ ਹੋਈ ਬਖਸ਼ਿਸ਼ ਹੈ। ਕਿਉਂਕਿ ਸਤਿਗੁਰੂ ਜੀ ਕਹਿੰਦੇ ਨੇ, ਕੇਤਿਆਂ ਦੁੱਖ ਭੂਖ ਸਦਮਾਰ ਇਹ ਪੇ ਦਾਤ ਤੇਰੀ ਦਤਾਰ, ਦਤਾਰ ਪਿਤਾ ਦੁੱਖਾਂ ਭੁੱਖਾਂ ਮਾਰਾ, ਇਹ ਵੀ ਤੇਰੀਆਂ ਦਿੱਤੀਆਂ ਹੋਈਆਂ ਦਾਤਾਂ ਨੇ। ਤੇ ਸਤਿਗੁਰੂ ਜੀ ਅੰਤ ਦੇ ਵਿੱਚ ਸਮਝਾਉਂਦੇ ਨੇ ਇਸ ਮੱਘਰ ਦੇ ਮਹੀਨੇ ਦੇ ਮਾਧਿਅਮ ਦੇ ਰਾਹੀਂ, ਨਾਨਕ ਬਾਂਛੈ ਧੂੜ ਤਿੰਨ ਪ੍ਰਭ ਸ਼ਰਣੀ ਦਰ ਪੜੀਆਂ, ਕਿ ਮੈਂ ਤਾਂ ਉਹਨਾਂ ਇਸਤਰੀਆਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ, ਉਹਨਾਂ ਜੀਵ ਰੂਪੀ ਇਸਤਰੀਆਂ ਦੀ ਚਰਨਾਂ ਦੀ ਧੂੜ ਚਾਹੀਦੀ ਹੈ ਜਿਹੜੀਆਂ ਆਪਣੇ ਪਤੀ ਦੇ ਦਰ ਦੇ ਵਿੱਚ ਪਈਆਂ ਨੇ, ਆਪਣੇ ਪਤੀ ਦੇ ਦਰ ਦੇ ਵਿੱਚ ਪਈਆਂ ਨੇ, ਆਪਣੇ ਪਤੀ ਨੂੰ ਜਿਨ੍ਹਾਂ ਨੇ ਆਪਣਾ ਆਪਾ ਅਰਪਣ ਕਰ ਦਿੱਤਾ ਹੈ। ਤੇ ਸਤਿਗੁਰ ਆਖਦੇ, ਮੱਘਰ ਪ੍ਰਭ ਅਰਾਧਨਾ ਬਹੁੜਨਾ ਜਨਮੜੀਆਂ, ਕਿ ਫਿਰ ਉਹਨਾਂ ਦਾ ਜਨਮ ਮਰਨ ਖਤਮ ਹੋ ਜਾਂਦਾ ਹੈ, ਉਹਨਾਂ ਦਾ ਜਨਮ ਮਰਨ ਮੁੱਕ ਜਾਂਦਾ ਹੈ। ਕਿਉਂ? ਕਿਉਂਕਿ ਉਹ ਪਰਮਾਤਮਾ ਦੇ ਦਰ ਦੇ ਵਿੱਚ ਪ੍ਰਵਾਨ ਹੋ ਗਈਆਂ ਨੇ, ਪਰਮਾਤਮਾ ਦੇ ਦਰ ਘਰ ਦੇ ਵਿੱਚ ਪ੍ਰਵਾਨ ਹੋ ਗਈਆਂ ਨੇ। ਉਹਨਾਂ ਦੇ ਜਨਮਾਂ ਜਨਮਾਂਤਰਾਂ ਦਾ ਜਿਹੜਾ ਚੱਕਰ ਹੈ ਉਹ ਖਤਮ ਹੋ ਗਿਆ ਹੈ, ਭਾਵ ਕਿ ਉਹਨਾਂ ਦਾ ਜੀਵਨ ਸੁਹੇਲਾ ਹੋ ਗਿਆ ਹੈ, ਉਹਨਾਂ ਦਾ ਜੀਵਨ ਸੁਚੱਜਾ ਹੋ ਗਿਆ ਹੈ, ਉਹਨਾਂ ਦਾ ਜੀਵਨ ਸੁੰਦਰ ਹੋ ਗਿਆ ਹੈ। ਕਿਉਂਕਿ ਉਹਨਾਂ ਨੇ ਆਪਣੇ ਪਤੀ ਦੇ ਹਰ ਹੁਕਮ ਨੂੰ ਸਿਰ ਮੱਥੇ ਤੇ ਪ੍ਰਵਾਨ ਕੀਤਾ ਹੈ। ਤੇ ਉਹਨਾਂ ਦੇ ਜੀਵਨ ਦਾ ਅਸਲੀ ਚਿੰਨ੍ਹ, ਨਾਨਕ ਸੁਹਾਗਣ ਕਾ ਕਿਆ ਚਿੰਨ੍ਹ ਹੈ। ਤੇ ਸਤਿਗੁਰ ਕਹਿੰਦੇ, ਸੁਹਾਗਣ ਇਸਤਰੀਆਂ ਦਾ ਕੀ ਚਿੰਨ੍ਹ ਹੈ, ਕੀ ਨਿਸ਼ਾਨੀ ਹੈ, ਕਿ ਉਹ ਆਪਣੇ ਪਤੀ ਦੇ ਹਰ ਹੁਕਮ ਨੂੰ, ਆਪਣੇ ਸੁਹਾਗ ਨੂੰ ਪ੍ਰਮੁੱਖ ਕਰਕੇ ਚੱਲਦੀਆਂ ਨੇ, ਪਰ ਆਪਣੇ ਸੁਹਾਗ ਦਾ ਹਰ ਹੁਕਮ ਮੰਨਦੀਆਂ ਨੇ ਤੇ ਸੁਹਾਗਣ ਦੀ ਨਿਸ਼ਾਨੀ ਧਾਰਨ ਕਰਦੀਆਂ ਨੇ। ਤੇ ਜਿਹੜੀਆਂ ਜੀਵ ਰੂਪੀ ਇਸਤਰੀਆਂ ਨੇ, ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਆਪਣੇ ਪਤੀ ਦੇ ਨਾਮ ਦੀ ਨਿਸ਼ਾਨੀ ਧਾਰਨ ਕੀਤੀ ਹੈ, ਭਾਵ ਕਿ ਉਸ ਦੇ ਹੁਕਮ ਨੂੰ ਮੰਨਿਆ ਹੈ, ਉਸ ਦੇ ਹੁਕਮ ਨੂੰ ਮਾਣਿਆ ਹੈ, ਜੀਵਨ ਦੇ ਵਿੱਚ ਵਸਾਇਆ ਹੈ। ਸਤਿਗੁਰੂ ਆਖਦੇ, ਮੱਘਰ ਪ੍ਰਭ ਅਰਾਧਨਾ ਬਹੁੜਨਾ ਜਨਮੜੀਆਂ, ਕਿ ਉਹਨਾਂ ਨੂੰ ਫੇਰ ਜਨਮਾਂ ਜਨਮਾਂਤਰਾਂ ਦੀ ਮੈਲ ਤੋਂ ਮੁਕਤ ਹੋ ਗਈਆਂ ਨੇ। ਤੇ ਸਤਿਗੁਰੂ ਆਖਦੇ, ਨਾਨਕ ਬਾਂਛੇ ਧੂੜ ਤਿੰਨ ਪ੍ਰਭ ਸ਼ਰਣੀ ਦਰ ਪੜੀਆਂ, ਇਹੋ ਜੀ ਜੀਵ ਰੂਪੀ ਇਸਤਰੀਆਂ ਦੀ ਮੈਂ ਧੂੜੀ ਮੰਗਦਾ ਹਾਂ, ਮੈਨੂੰ ਚਰਨਾਂ ਦੀ ਧੂੜੀ ਨਸੀਬ ਹੋ ਜਾਵੇ, ਮੈਂ ਆਪਣਾ ਜੀਵਨ ਸੁਹੇਲਾ ਕਰ ਲਵਾਂ। ਸੋ ਗੁਰੂ ਪਿਆਰਿਓ, ਸਤਿਗੁਰੂ ਜੀ ਗੁਰੂ ਅਰਜਨ ਸਾਹਿਬ ਮਹਾਰਾਜ ਸ਼ਹੀਦਾਂ ਦੇ ਸਿਰਤਾਜ ਇਸ ਪਾਵਨ ਸ਼ਬਦ ਦੇ ਮਾਧਿਅਮ ਦੇ ਰਾਹੀਂ ਸਾਨੂੰ ਜੀਵਨ ਦਾ ਅਸਲ ਮਨੋਰਥ, ਜੀਵਨ ਦਾ ਅਸਲ ਸੱਚ ਸਾਡੇ ਸਾਹਮਣੇ ਰੱਖਦੇ ਨੇ ਕਿ ਭਾਈ ਮੱਘਰ ਮਾਹੀ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ, ਕਿ ਆਓ ਆਪਾਂ ਸਾਰੀਆਂ ਜੀਵ ਰੂਪੀ ਇਸਤਰੀਆਂ ਆਪਣੇ ਪਤੀ ਦੇ ਨੇੜੇ ਹੋ ਕੇ ਬੈਠੀਏ, ਆਪਣੇ ਪਤੀ ਦੇ ਦਰ ਘਰ ਦੇ ਪਾਸ ਜਾ ਕੇ ਬੈਠੀਏ, ਤਾਂ ਹੀ ਇਹ ਮੱਘਰ ਦਾ ਮਹੀਨਾ ਸਾਡੇ ਲਈ ਸੋਹਣਾ ਬਣ ਸਕੇਗਾ। ਇਹ ਠੰਡੀ ਮਿੱਠੀ ਰੁੱਤ ਤਾਂ ਹੀ ਮਾਣੀ ਜਾ ਸਕਦੀ ਹੈ ਜੇਕਰ ਅਸੀਂ ਉਸ ਕਰਤੇ ਦੇ ਹੁਕਮ ਦੇ ਅੰਦਰ ਆਪਣਾ ਜੀਵਨ ਬਤੀਤ ਕਰੀਏ। ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਉਸ ਦੇ ਭਾਣੇ ਦੇ ਅੰਦਰ, ਉਸ ਦੇ ਹੁਕਮ ਦੇ ਅੰਦਰ ਆਪਣਾ ਜੀਵਨ ਬਤੀਤ ਕਰਕੇ ਆਪਣਾ ਜੀਵਨ ਸੁਚੱਜਾ ਕਰ ਸਕੀਏ। ਵਿਚਾਰਾਂ ਕਰਦੇ ਹੋਏ ਏਕ ਨਹੀਂ ਅਨੇਕ ਭੁੱਲਾਂ ਹੋਈਆਂ, ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ, ਬਖਸ਼ੇ ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੋਜ਼ਾਨਾ ਨਿਤਨੇਮ ਅੰਮ੍ਰਿਤਮਈ ਬਾਣੀ, ਕਥਾ, ਕੀਰਤਨ, ਢਾਡੀ ਵਾਰਾਂ ਸਰਵਣ ਕਰਨ ਲਈ ਸਬਸਕ੍ਰਾਈਬ ਕਰੋ YouTube ਚੈਨਲ ਗਲੋਬਲ ਗੁਰਬਾਣੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰੋ।